ਜਦੋਂ ਕੌਮ ਸ਼ਬਦ ਸੁਣਦੇ ਆ ਤਾਂ ਕੀ ਖਿਆਲ ਆਉਂਦਾ ਹੈ? ਸ਼ਾਇਦ ਫੌਜਾਂ, ਸਰਹੱਦਾਂ, ਸਰਕਾਰਾਂ, ਇਹੀ ਸਭ ਹੈ ਨਾ? ਪਰ ਕੀ ਇੱਕ ਕੌਮ ਦੀ ਅਸਲ ਨੀਂਹ ਇੱਥੋਂ ਸ਼ੁਰੂ ਹੁੰਦੀ ਹੈ? ਸ਼ਾਇਦ ਨਹੀਂ। ਆਓ ਅੱਜ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਦੇ ਉਸ ਖਾਸ ਬਲੂਪ੍ਰਿੰਟ ਦੀ ਜਿਸ ਨੇ ਜ਼ਮੀਨੀ ਪੱਧਰ ਤੇ ਇੱਕ ਕੌਮ ਦੀ ਬੁਨਿਆਦ ਤਿਆਰ ਕੀਤੀ ਸੀ। ਤਾਂ ਸਵਾਲ ਇਹੀ ਹੈ ਕਿ ਕਿਸੇ ਕੌਮ ਦੀ, ਕਿਸੇ ਸਮਾਜ ਦੀ ਅਸਲ ਖੁਦਮੁਖਤਿਆਰੀ ਯਾਨੀ ਕਿ ਸੋਵਰੇਨਿਟੀ ਬਣਦੀ ਕਿਵੇਂ ਹੈ? ਇਸ ਦਾ ਜਵਾਬ ਸ਼ਾਇਦ ਉੱਥੇ ਨਹੀਂ ਮਿਲਣਾ ਜਿੱਥੇ ਅਸੀਂ ਆਮ ਤੌਰ ਤੇ ਇਸ ਨੂੰ ਲੱਭਦੇ ਹਾਂ। ਦੇਖੋ, ਇਹ ਕਹਾਣੀ ਫੌਜਾਂ ਜਾਂ ਸਰਹੱਦਾਂ ਤੋਂ ਬਹੁਤ ਪਹਿਲਾਂ ਸ਼ੁਰੂ ਹੁੰਦੀ ਹੈ। ਇਹ ਸ਼ੁਰੂ ਹੁੰਦੀ ਹੈ 4 ਮਜ਼ਬੂਤ ਥੰਮਾਂ ਨਾਲ। ਇਹੀ ਉਹ ਥੰਮ ਸਨ ਜਿਨ੍ਹਾਂ ਨੇ ਇੱਕ ਆਤਮ-ਨਿਰਭਰ ਸਮਾਜ ਦੀ ਨੀਂਹ ਰੱਖੀ। ਚਲੋ, ਇੱਕ-ਇੱਕ ਕਰਕੇ ਇਹਨਾਂ ਨੂੰ ਸਮਝਦੇ ਹਾਂ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਮਾਜਿਕ ਖੁਦਮੁਖਤਿਆਰੀ ਦੀ, ਅਤੇ ਇਸ ਦੀ ਸ਼ੁਰੂਆਤ ਹੁੰਦੀ ਹੈ ਇੱਕ ਅਜਿਹੀ ਕ੍ਰਾਂਤੀਕਾਰੀ ਸਾਂਝੇਦਾਰੀ ਤੋਂ ਜਿਸ ਨੇ ਉਸ ਵੇਲੇ ਦੇ ਸਮਾਜਿਕ ਤਾਣੇ-ਬਾਣੇ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਇਹ ਗੱਲ ਹੈ ਸਾਲ 1519 ਦੀ। ਭਾਈ ਲਹਿਣਾ ਜੀ, ਜੋ ਬਾਅਦ ਵਿੱਚ ਦੂਜੇ ਗੁਰੂ ਅੰਗਦ ਦੇਵ ਜੀ ਬਣੇ, ਉਦੋਂ ਸਿਰਫ 15 ਸਾਲਾਂ ਦੇ ਸਨ। ਉਹਨਾਂ ਦਾ ਵਿਆਹ ਮਾਤਾ ਖੀਵੀ ਜੀ ਨਾਲ ਹੋਇਆ। ਹੁਣ ਇਹ ਸਿਰਫ ਇੱਕ ਵਿਆਹ ਨਹੀਂ ਸੀ, ਇਹ ਇੱਕ ਅਜਿਹੀ ਘਟਨਾ ਸੀ ਜੋ ਇੱਕ ਵੱਡੀ ਸਮਾਜਿਕ ਕ੍ਰਾਂਤੀ ਦਾ ਆਧਾਰ ਬਣਨ ਵਾਲੀ ਸੀ। ਤਾਂ ਫਿਰ ਸਵਾਲ ਉੱਠਦਾ ਹੈ, ਕੌਣ ਸਨ ਮਾਤਾ ਖੀਵੀ ਜੀ? ਦੇਖੋ, ਉਹ ਗੁਰੂ ਸਾਹਿਬਾਨ ਦੇ ਇਕਲੌਤੇ ਮਹਿਲ ਸਨ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਕੋਈ ਛੋਟੀ ਗੱਲ ਨਹੀਂ। ਉਹਨਾਂ ਨੇ ਹੀ ਲੰਗਰ ਦੀ ਪ੍ਰਥਾ ਨੂੰ ਇੱਕ ਪੱਕੀ ਸੰਸਥਾ ਦਾ ਰੂਪ ਦਿੱਤਾ, ਯਾਨੀ ਇੰਸਟੀਟਿਊਸ਼ਨਲਾਈਜ਼ ਕੀਤਾ। ਉਹ ਸਿਰਫ ਇੱਕ ਗੁਰੂ ਪਤਨੀ ਹੀ ਨਹੀਂ ਸਨ, ਬਲਕਿ ਆਪਣੇ ਆਪ ਵਿੱਚ ਇੱਕ ਵੱਡੇ ਆਗੂ ਸਨ। ਅਤੇ ਹਾਂ, ਦਾਸੂ ਜੀ, ਦਾਤੂ ਜੀ, ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਦੀ ਮਾਂ ਵੀ ਸਨ। ਲੰਗਰ ਯਾਨੀ ਸਾਂਝੀ ਰਸੋਈ ਅੱਜ ਸਾਨੂੰ ਇਹ ਆਮ ਲੱਗਦਾ ਹੈ, ਪਰ ਉਸ ਸਮੇਂ ਦੇ ਹਿਸਾਬ ਨਾਲ ਇਹ ਕ੍ਰਾਂਤੀਕਾਰੀ ਸੋਚ ਸੀ। ਇੱਕ ਅਜਿਹੀ ਥਾਂ ਜਿੱਥੇ ਰਾਜਾ, ਰੰਗ, ਉੱਚ ਨੀਚ, ਹਰ ਕੋਈ ਬਿਨਾਂ ਕਿਸੇ ਭੇਦਭਾਵ ਦੇ ਇੱਕੋ ਪੰਗਤ ਵਿੱਚ ਬੈਠ ਕੇ ਭੋਜਨ ਕਰਦਾ ਸੀ। ਇਸ ਇੱਕ ਕਦਮ ਨੇ ਜਾਤ-ਪਾਤ ਦੀਆਂ ਸਦੀਆਂ ਪੁਰਾਣੀਆਂ ਦੀਵਾਰਾਂ ਨੂੰ ਢਾਹ ਦਿੱਤਾ ਸੀ। ਕਹਿੰਦੇ ਨੇ ਕਿ ਮਾਤਾ ਖੀਵੀ ਜੀ ਦੇ ਹੱਥਾਂ ਨਾਲ ਚੱਲਣ ਵਾਲੇ ਲੰਗਰ ਦੀ ਖਾਸ ਪਹਿਚਾਨ ਸੀ ਘਿਓ ਵਾਲੀ ਖੀਰ। ਹੁਣ ਸੋਚਣ ਵਾਲੀ ਗੱਲ ਹੈ, ਖੀਰ ਹੀ ਕਿਉਂ? ਕਿਉਂਕਿ ਇਹ ਸਿਰਫ ਇੱਕ ਮਿੱਠਾ ਪਕਵਾਨ ਨਹੀਂ ਸੀ, ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਹਰ ਇਨਸਾਨ, ਭਾਵੇਂ ਉਹ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ, ਸਭ ਤੋਂ ਵਧੀਆ, ਸਭ ਤੋਂ ਪੌਸ਼ਟਿਕ ਅਤੇ ਸਨਮਾਨਜਨਕ ਭੋਜਨ ਦਾ ਹੱਕਦਾਰ ਹੈ। ਸਮਾਜ ਨੂੰ ਜੋੜਨ ਤੋਂ ਬਾਅਦ ਵਾਰੀ ਆਉਂਦੀ ਹੈ ਦੂਜੇ ਥੰਮ ਦੀ, ਸਰੀਰਕ ਖੁਦਮੁਖਤਿਆਰੀ, ਯਾਨੀ ਕਿ ਸਿਰਫ ਮਨ ਜਾਂ ਆਤਮਾ ਹੀ ਨਹੀਂ, ਸਗੋਂ ਸਰੀਰ ਨੂੰ ਵੀ ਮਜ਼ਬੂਤ ਬਣਾਉਣਾ। ਇਹ ਸਮਝਣਾ ਜ਼ਰੂਰੀ ਹੈ ਕਿ ਉਸ ਦੌਰ ਵਿੱਚ ਧਰਮ ਦਾ ਮਤਲਬ ਕੀ ਸੀ। ਜ਼ਿਆਦਾਤਰ ਧਾਰਮਿਕ ਅਭਿਆਸ ਸਿਰਫ ਅੰਦਰਮੁਖੀ ਹੁੰਦੇ ਸਨ। ਧਿਆਨ ਲਗਾਉਣਾ, ਦੁਨੀਆ ਤੋਂ ਵੱਖ ਹੋ ਕੇ ਬੈਠਣਾ, ਅਧਿਆਤਮਿਕਤਾ ਨੂੰ ਦੁਨੀਆਵੀ ਅਤੇ ਸਰੀਰਕ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣ ਵਾਂਗ ਦੇਖਿਆ ਜਾਂਦਾ ਸੀ। ਪਰ ਗੁਰੂ ਅੰਗਦ ਦੇਵ ਜੀ ਦਾ ਨਜ਼ਰੀਆ ਬਿਲਕੁਲ ਵੱਖਰਾ ਸੀ। ਜਿੱਥੇ ਦੂਜੇ ਪਾਸੇ ਸਿਰਫ ਤਪੱਸਿਆ ਅਤੇ ਧਿਆਨ ਦੀ ਗੱਲ ਹੁੰਦੀ ਸੀ, ਉੱਥੇ ਗੁਰੂ ਸਾਹਿਬ ਦਾ ਵਿਜ਼ਨ ਸੀ ਸਰੀਰਕ ਅਤੇ ਆਤਮਿਕ ਅਨੁਸ਼ਾਸਨ ਨੂੰ ਇਕੱਠਾ ਕਰਨਾ, ਦੋਵਾਂ ਦਾ ਸੰਤੁਲਨ ਬਣਾਉਣਾ। ਤੇ ਇਸ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੁਰੂ ਸਾਹਿਬ ਨੇ ਮੱਲ ਅਖਾੜੇ ਸ਼ੁਰੂ ਕੀਤੇ। ਸੋਚੋ, ਸਵੇਰ ਦੀ ਬਾਣੀ ਦੇ ਪਾਠ ਤੋਂ ਬਾਅਦ ਸੰਗਤ ਨੂੰ ਕੁਸ਼ਤੀ, ਸ਼ਸਤਰ ਵਿੱਦਿਆ ਅਤੇ ਕਸਰਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ। ਇਹ ਅਧਿਆਤਮ ਅਤੇ ਸਿਹਤ ਦਾ ਇੱਕ ਅਨੋਖਾ ਸੁਮੇਲ ਸੀ। ਅਤੇ ਇਸੇ ਪਹਿਲ ਕਦਮੀ ਨੇ ਸੰਤ ਸਿਪਾਹੀ ਦੀ ਵਿਚਾਰਧਾਰਾ ਦੀ ਨੀਂਹ ਰੱਖੀ। ਇੱਕ ਅਜਿਹਾ ਇਨਸਾਨ ਜੋ ਅੰਦਰੋਂ ਤਾਂ ਸੰਤ ਹੈ, ਰੱਬ ਨਾਲ ਜੁੜਿਆ ਹੋਇਆ ਹੈ, ਪਰ ਬਾਹਰੋਂ ਉਹ ਇੱਕ ਸਿਪਾਹੀ ਹੈ ਜੋ ਕਿਸੇ ਵੀ ਜ਼ੁਲਮ ਦਾ ਸਾਹਮਣਾ ਕਰਨ ਲਈ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਤਿਆਰ ਹੈ। ਇਹ ਬਹੁਤ ਦੂਰ ਦੀ ਸੋਚ ਸੀ। ਚਲੋ, ਹੁਣ ਗੱਲ ਕਰਦੇ ਹਾਂ ਤੀਜੇ ਥੰਮ ਦੀ, ਜੋ ਹੈ ਬੌਧਿਕ ਖੁਦਮੁਖਤਿਆਰੀ, ਯਾਨੀ ਕਿ ਗਿਆਨ ਦੀ ਆਜ਼ਾਦੀ। ਇਹ ਕਹਾਣੀ ਹੈ ਕਿ ਕਿਵੇਂ ਗਿਆਨ ਨੂੰ ਕੁਝ ਖਾਸ ਲੋਕਾਂ ਦੇ ਹੱਥਾਂ ਤੋਂ ਕੱਢ ਕੇ ਹਰ ਇੱਕ ਆਮ ਇਨਸਾਨ ਤੱਕ ਪਹੁੰਚਾਇਆ ਗਿਆ। ਉਸ ਵੇਲੇ ਸਭ ਤੋਂ ਵੱਡੀ ਸਮੱਸਿਆ ਕੀ ਸੀ? ਸਾਰਾ ਗਿਆਨ ਸੰਸਕ੍ਰਿਤ ਵਿੱਚ ਬੰਦ ਸੀ ਅਤੇ ਉਸ ਦੀ ਚਾਬੀ ਸਿਰਫ ਕੁਝ ਪੁਜਾਰੀਆਂ ਕੋਲ ਸੀ, ਆਮ ਬੰਦੇ ਦੀ ਪਹੁੰਚ ਤੋਂ ਬਾਹਰ। ਤਾਂ ਗੁਰੂ ਅੰਗਦ ਦੇਵ ਜੀ ਨੇ ਕੀ ਕੀਤਾ? ਉਹਨਾਂ ਨੇ ਇੱਕ ਸਧਾਰਨ ਆਮ ਲੋਕਾਂ ਦੀ ਲਿਪੀ ਗੁਰਮੁਖੀ ਨੂੰ ਇੱਕ ਮਿਆਰੀ ਰੂਪ ਦਿੱਤਾ, ਅਤੇ ਇਸ ਦਾ ਅਸਰ ਕਮਾਲ ਦਾ। ਰੱਬੀ ਗਿਆਨ ਹੁਣ ਹਰ ਇੱਕ ਲਈ ਪਹੁੰਚਯੋਗ ਹੋ ਗਿਆ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਸਿਰਫ ਇੱਕ ਨਵੀਂ ਐਲਫਾਬੈਟ, ਇੱਕ ਨਵੀਂ ਵਰਣਮਾਲਾ ਬਣਾਉਣ ਦੀ ਗੱਲ ਨਹੀਂ ਸੀ। ਨਹੀਂ, ਇਹ ਇੱਕ ਸਿਆਸੀ ਕਦਮ ਸੀ, ਇੱਕ ਅਜਿਹਾ ਕਦਮ ਜਿਸ ਨੇ ਗਿਆਨ ਤੇ ਕੁਝ ਖਾਸ ਲੋਕਾਂ ਦੀ ਮੋਨੋਪੋਲੀ ਯਾਨੀ ਕਿ ਇਜਾਰੇਦਾਰੀ ਨੂੰ ਤੋੜ ਕੇ ਰੱਖ ਦਿੱਤਾ। ਇਸ ਨੇ ਆਮ ਇਨਸਾਨ ਨੂੰ ਬੌਧਿਕ ਤੌਰ ਤੇ ਤਾਕਤਵਰ ਬਣਾਇਆ। ਅਤੇ ਹੁਣ ਆਉਂਦੇ ਹਾਂ ਆਖਰੀ ਤੇ ਚੌਥੇ ਥੰਮ ਤੇ, ਨੈਤਿਕ ਖੁਦਮੁਖਤਿਆਰੀ। ਇਸ ਨੂੰ ਸਮਝਣ ਲਈ ਇੱਕ ਇਤਿਹਾਸਿਕ ਘਟਨਾ ਨੂੰ ਦੇਖਣਾ ਪਵੇਗਾ, ਇੱਕ ਅਜਿਹੀ ਮੁਲਾਕਾਤ ਜਿਸ ਨੇ ਅਧਿਆਤਮਿਕ ਤਾਕਤ ਅਤੇ ਦੁਨਿਆਵੀ ਤਾਕਤ ਦੇ ਰਿਸ਼ਤੇ ਨੂੰ ਹਮੇਸ਼ਾ ਲਈ ਇੱਕ ਨਵੀਂ ਪਰਿਭਾਸ਼ਾ ਦਿੱਤੀ। ਇਹ ਗੱਲ ਹੈ 1540 ਦੀ।
ਮੁਗਲ ਬਾਦਸ਼ਾਹ ਹੁਮਾਯੂੰ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਮਦਦ ਤੇ ਅਸ਼ੀਰਵਾਦ ਦੀ ਪਾਲ ਵਿੱਚ ਖਡੂਰ ਸਾਹਿਬ ਪਹੁੰਚਿਆ। ਸੋਚੋ, ਉਸ ਵੇਲੇ ਦਾ ਬਾਦਸ਼ਾਹ ਹਾਰਿਆ ਹੋਇਆ ਗੁਰੂ ਸਾਹਿਬ ਦੇ ਦਰ ਤੇ। ਜਦੋਂ ਹੁਮਾਯੂੰ ਉੱਥੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਗੁਰੂ ਸਾਹਿਬ ਬੱਚਿਆਂ ਨੂੰ ਪੜਾਉਣ ਵਿੱਚ ਰੁੱਝੇ ਹੋਏ ਸਨ। ਉਸ ਨੂੰ ਲੱਗਿਆ ਕਿ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਆਪਣੇ ਬਾਦਸ਼ਾਹੀ ਹੰਕਾਰ ਵਿੱਚ ਉਸਨੇ ਗੁੱਸੇ ਨਾਲ ਆਪਣਾ ਹੱਥ ਤਲਵਾਰ ਦੀ ਮੁੱਠ ਤੇ ਰੱਖ ਲਿਆ। ਗੁਰੂ ਸਾਹਿਬ ਨੇ ਬਿਨਾਂ ਡਰੇ ਬੜੀ ਸ਼ਾਂਤੀ ਪਰ ਦ੍ਰਿੜਤਾ ਨਾਲ ਉਸ ਵੱਲ ਦੇਖਿਆ ਤੇ ਕਿਹਾ, ਜਦੋਂ ਸ਼ੇਰ ਸ਼ਾਹ ਸੂਰੀ ਸਾਹਮਣੇ ਸੀ ਉਦੋਂ ਕਿੱਥੇ ਸੀ ਇਹ ਤਲਵਾਰ? ਇਹ ਤਲਵਾਰ ਫਕੀਰਾਂ ਤੇ ਚਲਾਉਣ ਲਈ ਨਹੀਂ, ਸਗੋਂ ਲੜਾਈ ਦੇ ਮੈਦਾਨ ਵਿੱਚ ਇਸਤੇਮਾਲ ਕਰਨ ਲਈ ਹੁੰਦੀ ਹੈ। ਸਬਕ ਬਿਲਕੁਲ ਸਾਫ਼ ਸੀ। ਇੱਕ ਰਾਜੇ ਦੀ ਅਸਲ ਨੈਤਿਕ ਤਾਕਤ ਇਸ ਗੱਲ ਤੋਂ ਨਹੀਂ ਪਰਖੀ ਜਾਂਦੀ ਕਿ ਉਹ ਸ਼ਾਂਤਮਈ ਲੋਕਾਂ ਨੂੰ ਕਿੰਨਾ ਡਰਾ ਸਕਦਾ ਹੈ, ਸਗੋਂ ਇਸ ਗੱਲ ਤੋਂ ਪਰਖੀ ਜਾਂਦੀ ਹੈ ਕਿ ਉਹ ਆਪਣੀ ਪ੍ਰਜਾ ਦੀ ਰੱਖਿਆ ਕਿਵੇਂ ਕਰਦਾ ਹੈ। ਗੁਰੂ ਸਾਹਿਬ ਨੇ ਸਥਾਪਿਤ ਕਰ ਦਿੱਤਾ ਕਿ ਸੱਚੀ ਅਧਿਆਤਮਿਕ ਤਾਕਤ ਦੁਨਿਆਵੀ ਸ਼ਕਤੀ ਦੇ ਹੰਕਾਰ ਤੋਂ ਕਿਤੇ ਉੱਪਰ ਹੈ। ਤਾਂ ਫਿਰ ਜਦੋਂ ਅਸੀਂ ਇਨ੍ਹਾਂ ਚਾਰੇ ਥੰਮਾਂ ਨੂੰ ਇਕੱਠੇ ਰੱਖ ਕੇ ਦੇਖਦੇ ਹਾਂ ਤਾਂ ਇੱਕ ਪੂਰਾ ਨਕਸ਼ਾ, ਇੱਕ ਪੂਰਾ ਬਲੂਪ੍ਰਿੰਟ ਸਾਹਮਣੇ ਆਉਂਦਾ ਹੈ। ਆਓ ਇਸ ਨੂੰ ਸਮੇਟ ਕੇ ਦੇਖੀਏ। ਦੇਖੋ, ਸਮਾਜਿਕ ਪੱਧਰ ਤੇ ਮਾਤਾ ਖੀਵੀ ਜੀ ਦੇ ਲੰਗਰ ਨੇ ਬਰਾਬਰੀ ਦੀ ਨੀਂਹ ਰੱਖੀ। ਸ਼ਾਰੀਰਿਕ ਪੱਧਰ ਤੇ ਮੱਲ ਅਖਾੜਿਆਂ ਨੇ ਇੱਕ ਮਜ਼ਬੂਤ ਤੇ ਅਨੁਸ਼ਾਸਿਤ ਕੌਮ ਤਿਆਰ ਕੀਤੀ। ਬੌਧਿਕ ਪੱਧਰ ਤੇ ਗੁਰਮੁਖੀ ਲਿਪੀ ਨੇ ਗਿਆਨ ਨੂੰ ਹਰ ਇੱਕ ਤੱਕ ਪਹੁੰਚਾਇਆ ਤੇ ਇੱਕ ਵੱਖਰੀ ਸੱਭਿਆਚਾਰਕ ਪਛਾਣ ਬਣਾਈ। ਅਤੇ ਰਾਜਨੈਤਿਕ ਪੱਧਰ ਤੇ ਗੁਰੂ ਸਾਹਿਬ ਦੀ ਨੈਤਿਕ ਤਾਕਤ ਨੇ ਸਥਾਪਿਤ ਕੀਤਾ ਕਿ ਅਸਲ ਅਧਿਕਾਰ ਕਿਸ ਕੋਲ ਹੈ। ਇਹ ਚਾਰੇ ਥੰਮ ਮਿਲ ਕੇ ਹੀ ਇੱਕ ਸੱਚੀ ਮੁੱਚੀ ਦੀ ਖੁਦਮੁਖਤਿਆਰ ਕੌਮ ਦੀ ਬੁਨਿਆਦ ਬਣੇ। ਤਾਂ ਆਖਿਰ ਵਿੱਚ ਸਵਾਲ ਉਹੀ ਰਹਿੰਦਾ ਹੈ, ਕਿਸੇ ਵੀ ਕੌਮ ਦੀ ਅਸਲ ਤਾਕਤ ਦੀ ਨੀਂਹ ਕੀ ਹੈ? ਕੀ ਇਹ ਸਿਰਫ ਫੌਜਾਂ, ਹਥਿਆਰ ਜਾਂ ਸਰਹੱਦਾਂ ਹਨ, ਜਾਂ ਫਿਰ ਇਸ ਦੀ ਨੀਂਹ ਹੈ ਸਮਾਜਿਕ ਬਰਾਬਰੀ, ਸਰੀਰਕ ਤਾਕਤ, ਬੌਧਿਕ ਆਜ਼ਾਦੀ ਅਤੇ ਨੈਤਿਕ ਦ੍ਰਿੜਤਾ? ਇਹ ਇੱਕ ਅਜਿਹਾ ਸਵਾਲ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ।